हेलो स्टूडेंट्स, ਅੱਜ ਅਸੀਂ ਇਹ ਨੈਕਸਟ ਟੌਪਿਕ ਕਰਾਂਗੇ ਉਹ ਆ ਮੂਵਿੰਗ ਕੋਇਲ ਗੈਲਵanometer। ਮੂਵਿੰਗ ਕੋਇਲ ਗੈਲਵanometer ਕੀ ਹੈ? ਇਟ ਇਜ਼ ਅ ਡਿਵਾइस ਵਿਚ ਯੂ ਯੂਜ਼ ਟੂ ਡਿਟੈਕਟ ਦਾ ਕਰੰਟ। ਇਹ ਇੱਕ ਡਿਵਾइस ਹੈ ਜਿਹੜੇ ਕਰੰਟ ਨੂੰ ਡਿਟੈਕਟ ਕਰਦੀ ਹੈ। ਠੀਕ ਹੈ, ਕਰੰਟ ਨੂੰ ਇਹ ਡਿਟੈਕਟ ਵੀ ਕਰਦੀ ਹੈ, ਨਾਲ ਉਹਦੀ ਡਾਇਰੈਕਸ਼ਨ ਬਾਰੇ ਵੀ ਦੱਸਦੀ ਹੈ ਕਿ ਕਰੰਟ ਦੀ ਡਾਇਰੈਕਸ਼ਨ ਕੀ ਹੈ। ਇਹਦਾ ਪ੍ਰਿੰਸੀਪਲ ਕੀ ਹੈ ਜਿਹੜਾ ਅਸੀਂ ਪਿੱਛੇ ਟੌਪਿਕ ਕੀਤਾ ਸੀ ਕਿ ਜਦੋਂ ਵੀ ਕਿਸੇ ਕਰੰਟ ਕੈਰਿੰਗ ਕੋਇਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤੇ ਕੀ ਹੈ, ਇੱਕ ਟਾਰਕ ਪੈਦਾ ਹੁੰਦੀ ਹੈ। When a current carrying coil is placed in the magnetic field, it experiences a torque। ਹੁਣ ਕੰਸਟਰਕਸ਼ਨ ਦੇ ਵਿੱਚ ਕੀ ਹੈ ਕਿ ਇੱਕ ਮੈਟਲ ਕੇਸ ਲਿਆ ਵਾ ਜਿਹਦੇ ਵਿੱਚ ਉੱਪਰੋਂ ਅਸੀਂ ਇੱਕ ਟੋਰਿਜ਼ਨ ਹੈਡ ਦੇ ਰਾਹੀਂ ਇੱਕ ਫਾਸਫੋਰਸ ਬ੍ਰੌਂਜ਼ ਸਟ੍ਰਿਪ ਨੂੰ ਲਟਕਾਇਆ ਵਾ। ਫਾਸਫੋਰਸ ਬ੍ਰੌਂਜ਼ ਸਟ੍ਰਿਪ ਜਿਹੜੀ ਆ ਉਹਦੇ ਨਾਲ ਇੱਕ ਆਰਮੇਚਰ ਕੋਇਲ ਲਾਈ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਕਾਪਰ ਦੀਆਂ ਟਰਨਸ ਨੇ। ਉਹਦੇ ਦੂਸਰੇ ਐਂਡ ਦੇ ਨਾਲ ਕੀ ਹੈ, ਇੱਕ ਹੇਅਰ ਸਪਰਿੰਗ ਲਗਾਇਆ ਵਾ। ਆਰਮੇਚਰ ਕੋਇਲ ਨੂੰ ਸਟਰੋਂਗ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ ਵਾ ਬਾਈ ਯੂਜ਼ਿੰਗ ਪਰਮਾਨੈਂਟ ਮੈਗਨੇਟ poles of permanent magnet। N and S are the north and south poles of magnet। ਹੁਣ ਟੋਰਿਜ਼ਨ ਹੈਡ ਤੋਂ ਜਿਹੜੀ ਵਾਇਰ ਆਈ ਆ ਫਾਸਫੋਰਸ ਬ੍ਰੌਂਜ਼ ਸਟ੍ਰਿਪ ਉਹਨੂੰ ਅਸੀਂ ਇੱਕ ਟਰਮੀਨਲ T2 ਨਾਲ ਅਟੈਚ ਕਰਤਾ। ਹੇਅਰ ਸਪਰਿੰਗ ਜਿਹੜਾ ਵਾ ਉਹਨੂੰ ਅਸੀਂ ਇੱਕ ਟਰਮੀਨਲ T1 ਨਾਲ ਅਟੈਚ ਕਰਤਾ। ਇਹ ਦੋਨੋਂ ਟਰਮੀਨਲ ਜਿਹੜੇ ਆ ਕਰੰਟ ਸਪਲਾਈ ਕਰਨ ਦੇ ਲਈ ਆਰਮੇਚਰ ਕੋਇਲ ਜੋ ਕਰੰਟ ਪਾਸ ਕਰਨ ਲਈ ਅਸੀਂ ਯੂਜ਼ ਕਰਾਂਗੇ। ਕਿੰਨਾ ਕਰੰਟ ਪੈਦਾ ਹੁੰਦਾ ਹੈ, ਕਿੰਨੀ ਡਿਫਲੈਕਸ਼ਨ ਹੁੰਦੀ ਹੈ, ਉਹਨੂੰ ਕੈਲਕੂਲੇਟ ਕਰਨ ਲਈ ਇੱਕ ਅਸੀਂ ਕਨਕੇਵ ਮਿਰਰ ਜਿਹੜਾ ਫਾਸਫੋਰਸ ਬ੍ਰੌਂਜ਼ ਸਟ੍ਰਿਪ ਦੇ ਉੱਤੇ ਉਹਨੂੰ ਪੇਸਟ ਕੀਤਾ ਵਾ, ਉਹਨੂੰ ਅਸੀਂ ਚਿਪਕਾਇਆ ਵਾ। ਇਹਦੇ ਇਲਾਵਾ ਮਿਰਰ ਤੇ ਲੈਂਪ ਵੀ ਅਸੀਂ ਇੱਕ ਯੂਜ਼ ਕਰਦੇ ਹਾਂ ਇਹਦੇ ਨਾਲ ਡਿਫਲੈਕਸ਼ਨ ਜਿਹੜੀ ਹੈ ਕਿੰਨੀ ਹੁੰਦੀ ਹੈ ਉਹਨੂੰ ਪਤਾ ਕਰਨ ਲਈ। ਆਰਮੇਚਰ ਕੋਇਲ ਕੀ ਹੈ? ਇਟ ਕੰਸਿਸਟ ਆਫ ਲਾਰਜ ਨੰਬਰ ਆਫ turns of copper wire wounded on a soft iron core। ठीक है, बहुत सारिया टर्नस वाली जी कॉपर वायर जी आर्मेचर कोयल ਦੇ ਅਸੀਂ ਉਹਨੂੰ ਪੇਟੀ ਹੈ। ठीक है, सॉफ्ट आयरन कोर ਦੇ ਉੱਤੇ ਫਾਸਫੋਰਸ ਬ੍ਰੌਂਜ਼ ਸਟ੍ਰਿਪ ਕੀ ਆਰਮੇਚਰ ਕੋਇਲ ਨੂੰ ਅਸੀਂ ਸਸਪੈਂਡ ਕੀਤਾ ਫਾਸਫੋਰਸ ਬ੍ਰੌਂਜ਼ ਸਟ੍ਰਿਪ ਦੇ ਨਾਲ ਫਰੋਮ ਟੋਰਿਜ਼ਨ ਹੈਡ। ਉਸ ਤੋਂ ਇਲਾਵਾ ਪਰਮਾਨੈਂਟ ਮੈਗਨੇਟ ਹੈ। ਆਰਮੇਚਰ ਕੋਇਲ ਇਜ਼ ਪਲੇਸਡ ਬਿਟਵੀਨ ਦਾ ਪੋਲ ਪੀਸਿਸ ਆਫ ਪਰਮਾਨੈਂਟ ਮੈਗਨੇਟ। ਪਰਮਾਨੈਂਟ ਮੈਗਨੇਟ ਦੇ ਪੋਲਸ ਦੇ ਵਿੱਚ ਉਹਨੂੰ ਅਸੀਂ ਲਟਕਾਇਆ ਵਾ। ਹੇਅਰ ਸਪਰਿੰਗ ਤੇ ਹੇਅਰ ਸਪਰਿੰਗ ਐਸ ਇਜ਼ ਅਟੈਚ ਟੂ ਦਾ ਅਦਰ ਐਂਡ ਆਫ ਆਰਮੇਚਰ ਕੋਇਲ ਟੂ ਪ੍ਰੋਡਿਊਸ ਰੀਸਟੋਰਿੰਗ ਟਾਰਕ ਇਨ ਦਾ ਕੋਇਲ। ਰੀਸਟੋਰਿੰਗ ਟਾਰਕ ਜਿਹੜਾ ਵਾ ਪੈਦਾ ਕਰਨ ਲਈ ਇੱਕ ਹੇਅਰ ਸਪਰਿੰਗ ਲਗਾਇਆ ਵਾ। ਰੀਸਟੋਰਿੰਗ ਟਾਰਕ ਕੀ ਆ ਉਹ ਆਪਾਂ ਹੁਣ ਡਿਸਕਸ ਕਰਾਂਗੇ ਵਰਕਿੰਗ ਦੇ ਵਿੱਚ। ਮੈਟਲ ਕੇਸ, ਸਾਰੇ ਅਰੇਂਜਮੈਂਟ ਨੂੰ ਅਸੀਂ ਮੈਟਲ ਕੇਸ ਵਿੱਚ ਬੰਦ ਕੀਤਾ ਤਾਂ ਕਿ ਹਵਾ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਾ ਕਰੇ। The whole arrangement is enclosed in a metal case in order to avoid the disturbance due to air। ठीक है, finally ਜਿਹੜਾ ਲਾਸਟ ਦੇ ਉੱਤੇ ਅਸੀਂ ਕੀ ਦੱਸਿਆ, lamp and mirror arrangement। A small concave mirror M is attached on the phosphorus bronze strip। Mirror and a lamp is used to find the deflection produced। ठीक है, ਇਹਦੇ ਵਿੱਚ ਮਿਰਰ ਦੀ ਜਗ੍ਹਾ ਮਿਰਰ ਦੇ ਨਾਲ ਅਸੀਂ ਇੱਕ ਸਕੇਲ ਵੀ ਯੂਜ਼ ਕਰਦੇ ਹਾਂ। ਠੀਕ ਹੈ, ਡਿਫਲੈਕਸ਼ਨ ਜਿਹੜਾ ਹੈ ਪਤਾ ਕਰਨ ਲਈ। ਕਲੀਅਰ। ਉਸ ਤੋਂ ਬਾਅਦ ਆ ਗਈ ਵਰਕਿੰਗ। ਜਦੋਂ ਅਸੀਂ ਕਰੰਟ ਪਾਸ ਕਰਨਾ ਹੈ ਟੋਰਿਜ਼ਨ ਟਰਮੀਨਲਸ T1 ਤੇ T2 ਚੋਂ ਤੇ ਇੱਕ ਡਿਫਲੈਕਟਿੰਗ ਟਾਰਕ ਪੈਦਾ ਹੋਣੀ ਹੈ ਆਰਮੇਚਰ ਕੋਇਲ ਦੇ ਵਿੱਚ, ਕਿਉਂਕਿ ਜਦੋਂ ਵੀ ਕਿਸੇ ਕੋਇਲ ਚੋਂ ਕਰੰਟ ਪਾਸ ਕਰਦੇ ਹੋ ਡਿਫਲੈਕਟ ਹੋ ਜਾਂਦੀ ਹੈ, ਉੱਤੇ ਫੋਰਸ ਲੱਗਦੀ ਹੈ। ਕੱਲ੍ਹ ਆਪਾਂ ਪੜ੍ਹਿਆ ਸੀ F = BIA। ठीक है, BIA sin थीटा। क्लियर। अगर थीटा 90 डिग्री होए तो टॉर्क होगी BIA। ठीक है, मतलब मैग्नेटिक फील्ड अगर परपेंडिकुलर होए। एज ए रिजल्ट द फॉस्फोरस ब्रॉन्ज स्ट्रिप गेट ट्विस्टेड। ਹੁਣ ਜਿਹੜੀ ਆ डिफ्लेक्टिंग टॉर्क NBAIA होगी। NBAIA क्यों होगी? क्योंकि N की है नंबर ऑफ टर्न्स ऑफ आर्मेचर कोइल, बहुत सारिया टर्न्स है। B इज द मैग्नेटिक फील्ड ਅਸੀਂ ਲਿਖਿਆ ਉੱਪਰ ਵਾਲੇ ਪੈਰੇ 'ਚ। I is the current flowing through the circuit। A is the area of coil। As a result the phosphorus bronze strip get twisted। वो twist होएगी तो एक रीस्टोरिंग टॉर्क प्रोड्यूस होएगी। ठीक है, जी टॉर्क के इक्वल होएगी वो टॉ = K अल्फा दे। अल्फा की है एंगल ऑफ ट्विस्ट। K is the restoring torque per unit twist। Since deflecting torque and restoring torque both are equal, NBIA is equals to K alpha। सो इथों आई आ गया K/NBA into अल्फा।
ਜਿਹੜਾ ਇਹ ਕਨਸਟੈਂਟਸ ਨੇ, K ਕਾਂਸਟੈਂਟ ਆ, N ਕਾਂਸਟੈਂਟ ਆ, V ਕਾਂਸਟੈਂਟ ਆ, A ਕਾਂਸਟੈਂਟ ਆ, ਠੀਕ ਹੈ, ਕਿਉਂਕਿ ਇਹ ਸਾਰੀਆਂ ਕੁਆਂਟੀਟੀਜ਼ ਫਿਜ਼ੀਕਲ ਕੁਆਂਟੀਟੀਜ਼ ਕਾਂਸਟੈਂਟ ਹੈ। ਇਹਨੂੰ ਅਸੀਂ ਕੈਪੀਟਲ G ਨੇ ਨੋਟ ਕਰਤਾ, ਜਿਹਨੂੰ ਅਸੀਂ ਨਵਾਂ ਨਾਂ ਰੱਖ ਦਿੱਤਾ ਗੈਲਵੇਨੋਮੀਟਰ ਕਾਂਸਟੈਂਟ। ਹੁਣ ਇਹ ਤੋਂ ਸਾਨੂੰ ਕੀ ਪਤਾ ਚੱਲ ਗਿਆ ਕਿ I ਤੇ ਅਲਫਾ ਕੀ ਹੋ ਗਏ, ਪ੍ਰਪੋਰਸ਼ਨਲ ਹੋ ਗਏ। करंट flowing through the wire is directly proportional to deflection produced, which is the principle of galvanometer। clear? ਹੁਣ ਕੋਈ ਗੈਲਵੇਨੋਮੀਟਰ ਕਿੰਨਾ ਸੈਂਸਿਟਿਵ ਹੈ ਉਹਨੂੰ ਅਸੀਂ ਸਮਝਣ ਲਈ ਸੈਂਸਿਟੀਵਿਟੀ ਉਹਦੀ ਕੈਲਕੂਲੇਟ ਕਰਨੀ ਹੈ। ਸੈਂਸਿਟੀਵਿਟੀ ਦਾ ਮਤਲਬ ਕੀ ਹੈ ਕਿ ਅਗਰ ਅਸੀਂ ਥੋੜਾ ਕਰੰਟ ਪਾਸ ਕਰੀਏ ਤੇ ਬਹੁਤ ਜ਼ਿਆਦਾ ਡਿਫਲੈਕਸ਼ਨ ਆਏ ਤੇ ਅਸੀਂ ਬੋਲਾਂਗੇ ਗੈਲਵੇਨੋਮੀਟਰ ਜਿਹੜਾ ਬਹੁਤ ਸੈਂਸਿਟਿਵ ਹੈ। क्लियर? ਹੁਣ ਸੈਂਸਿਟੀਵਿਟੀ ਕਾਤੇ डिपेंड कर रही है, वो डिपेंड करती है डिफ्लैक्शन प्रोड्यूस्ड टू द करंट फ्लोइंग। ਹੁਣ करंट ਦੀ फार्मूला ਅਸੀਂ पढ़िया होने पिछे, ठीक है, पिछे ਅਸੀਂ करंट ਦਾ फार्मूला पढ़िया कि अल्फा ओवर एन बी ए, ये वैल्यू ਅਸੀਂ ਇਹਦੇ 'ਚ पुट कर देनी है, ठीक है। अल्फा गेट कैंसल्ड, एन बी ए रेसिप्रोकल होकर ऊपर चला जाएगा, एन बी ए ओवर के आ गया। देयरफॉर करंट सेंसिटिविटी can be increased by increasing the number of turns, by increasing the magnetic field, by increasing the area of coil, and K is the deflection produced per unit twist। ਹੁਣ मैग्नेटिक फील्ड ਅਸੀਂ स्ट्रॉन्ग कर सकते हैं, नंबर ऑफ टर्न्स भी ਵਧਾ ਸਕਦੇ हैं, लेकिन एरिया ਅਸੀਂ ज़्यादा नहीं ਵਧਾਵਾਂਗੇ क्योंकि ਉਹਦਾ साइज भी इंक्रीज कर जाएगा एरिया ਦੇ ਨਾਲ, ठीक है। नेक्स्ट इज वोल्टेज सेंसिटिविटी, इट इज़ द रेशियो ऑफ डिफ्लेक्शन प्रोड्यूस्ड टू द वोल्टेज अप्लाइड। ओम्स ला अप्लाई करता V इक्वल्स टू आई आर, आई का फिर पहला वाला फार्मूला ही पुट कर देना है K ओवर एन बी ए इंटू अल्फा, अल्फा गेट कैंसल्ड, सो वी गेट एन बी ए ओवर के आर। ਇਹਦਾ मतलब वोल्टेज सेंसिटिविटी काते डिपेंड कर रही है नंबर ऑफ टर्न्स के उत्ते, मैग्नेटिक फील्ड के उत्ते, एरिया ते, रीस्टोरिंग टॉर्क पर यूनिट ट्विस्ट ते R इज द रेजिस्टेंस ऑफ द गैल्वेनोमीटर। ਜਿਹੜੀ ਆਰਮੇਚਰ ਕੋਇਲ ਦੇ ਵਿੱਚ ਅਸੀਂ ਕਾਪਰ ਦੀ ਵਾਈਂਡਿੰਗ ਕੀਤੀ ਹੈ ਉਹਦੀ ਰੈਜ਼ਿਸਟੈਂਸ, ਠੀਕ ਹੈ। ਹੁਣ ਇਹ ਜਿਹੜਾ ਟੌਪਿਕ ਹੈ 5 ਮਾਰਕਸ ਦੇ ਵਿੱਚ ਆਉਂਦਾ ਹੈ, ਬੜਾ ਇੰਪੋਰਟੈਂਟ ਹੈ, ਸਾਰਿਆਂ ਨੇ ਬੜੇ ਧਿਆਨ ਦੇ ਨਾਲ ਕਰ ਲੈਣਾ, ਠੀਕ ਹੈ ਜੀ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏ ਤੇ ਐਨੀ ਟਾਈਮ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਸਟੇ ਹੋਮ, ਸਟੇ ਸੇਫ।